राग महला तीजा। ਜਾਂ ਫਿਰ ਜਾਣੈ ਆਪਣਾ, ਤਨ ਮਨ ਅੱਗੇ ਤਰੇ। ਸੁਹਾਗਣੀ ਕਰਮ ਕਮਾਉਂਦੀਆਂ, ਸੇਈ ਕਰਮ ਕਰੇ। ਸਹਿਜੇ ਸਾਚ ਮਿਲਾਵੜਾ, ਸੱਚ ਵਡਾਈ ਦੇ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ। ਜੇ ਲੋਚੈ ਸਭ ਕੋਏ, ਰਹਾਉ 184 ਫੇਰ ਪਿਆ। ਕਾਮਣ ਦੂਜੈ ਭਾਏ, ਬਿਨ ਗੁਰ ਨੀਂਦ ਨਾ ਆਵੇ। ਦੁਖੀ ਰਹਿਣ ਬਿਹਾਏ, ਬਿਨ ਸ਼ਬਦੈ ਪਿਰ ਨਾ ਪਾਈਐ। ਬਿਰਥਾ ਜਨਮ ਗਵਾਏ। ਹੋਂ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ। ਅੰਧੀ ਨਾਮ ਨਾ ਚੇਤਈ, ਸਭ ਬਾਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ, ਹਰ ਨਾਮਾ ਹਿਰਦੈ ਸਮਾਲ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਮਨ ਤਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ, ਜੋ ਹਰ ਧੁਰ ਛੋੜਿਆ ਲਾਏ। ਸਤਿਗੁਰੂ ਸੱਚੇ ਪਾਤਸ਼ਾਹ ਆਮ ਜਗਿਆਸੂ ਜੀਵਾਂ ਲਈ ਬੜੀ ਸੁੰਦਰ ਪ੍ਰੇਰਨਾ ਦਿੰਦੇ ਹਨ, ਕਿਉਂਕਿ ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ ਹਨ, ਕਈ ਤਰ੍ਹਾਂ ਦੇ ਅਡੰਬਰ ਕਰਦੇ ਹਨ। ਜਿਵੇਂ ਆਮ ਇੱਕ ਮੁਹਾਵਰਾ ਵੀ ਹੈ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਮਾਰਗ ਦਰਸ਼ਕ ਤੋਂ ਬਿਨਾਂ ਹਰ ਸਵਾਲ ਔਖਾ ਹੈ। ਜਦੋਂ ਅਸੀਂ ਆਮ ਬਚਪਨ ਵਿੱਚ ਵਿਦਿਆਰਥੀ ਦੇ ਜੀਵਨ ਵਿੱਚ ਪੜ੍ਹਦੇ ਸੁਣਦੇ ਹਾਂ ਤਾਂ ਅਕਸਰ ਇਹ ਕਿਹਾ ਜਾਂਦਾ ਜੀ ਇਹ ਸਵਾਲ ਬੜਾ ਔਖਾ ਹੈ। ਪਰ ਜਦੋਂ ਟੀਚਰ ਉਸ ਸਵਾਲ ਨੂੰ ਹੱਲ ਕਰਨ ਦਾ ਤਰੀਕਾ ਦੱਸ ਦਿੰਦਾ, ਢੰਗ ਦੱਸ ਦਿੰਦਾ, ਮੈਥਡ ਸਮਝਾ ਦਿੰਦਾ, ਉਹੀ ਔਖਾ ਸਵਾਲ ਸੌਖਾ ਹੋ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਹੁਣ ਬਾਰ-ਬਾਰ ਦੱਸਣਾ ਇਸ ਲਈ ਜ਼ਰੂਰੀ ਹੈ ਕਿ ਆਮ ਜਗਿਆਸੂਆਂ ਨੂੰ ਗੁਰਬਾਣੀ ਦੀਆਂ ਲਗਾ ਮਾਤਰਾਂ ਦੇ ਬਾਰੇ ਵਿੱਚ ਉਹ ਗਿਆਨ ਨਹੀਂ ਜੋ ਹੋਣਾ ਚਾਹੀਦਾ। ਇੱਕ ਪਾਸੇ ਇਹ ਮੁਸ਼ਕਲ ਹੈ ਕਿ ਆਮ ਸੰਗਤਾਂ ਨੂੰ ਗੁਰਬਾਣੀ ਦੇ ਲਗਾ ਮਾਤਰਾਂ ਦਾ ਗਿਆਨ ਨਹੀਂ। ਦੂਜੇ ਪਾਸੇ ਇਹ ਵੀ ਮੁਸ਼ਕਲ ਹੈ ਕਿ ਕੁਝ ਸੱਜਣ ਇਹ ਗੱਲ ਕਹਿੰਦੇ ਸੁਣੇ ਜਾਂਦੇ ਹਨ ਕਿ ਗੁਰਬਾਣੀ ਤੇ ਕੋਈ ਵਿਆਕਰਨ ਲਾਗੂ ਨਹੀਂ ਹੁੰਦਾ। ਇਸ ਗੱਲ ਨੇ ਹੋਰ ਵੀ ਆਮ ਸਧਾਰਨ ਪ੍ਰੇਮੀਆਂ ਨੂੰ ਭੰਬਲ ਭੂਸੇ ਵਿੱਚ ਪਾ ਦਿੱਤਾ। ਪਰ ਜਦੋਂ ਕਿ ਧਿਆਨ ਨਾਲ ਦੇਖੀਏ ਤੇ ਭਗਤ ਅੱਖਰ ਗੁਰਬਾਣੀ 'ਚ 3 ਰੂਪਾਂ ਵਿੱਚ ਆਮ ਮਿਲਦਾ। ਪੱਬਾ ਗੱਗਾ ਤੱਤੇ ਨੂੰ ਔਂਕੜ ਭਗਤ, ਪੱਬਾ ਗੱਗਾ ਤੱਤਾ ਮੁਕਤਾ ਭਗਤ, ਪੱਬਾ ਗੱਗਾ ਤੱਤੇ ਨੂੰ ਸਿਆਰੀ ਭਗਤ। ਇਹ ਕੋਈ ਮਨੋਕਲਪਿਤ ਗੱਲ ਨਹੀਂ ਮੈਂ ਕਰ ਰਿਹਾ ਤੇ ਨਾ ਹੀ ਕਿਸੇ ਹੋਰ ਵਿਦਵਾਨ ਨੇ ਕੀਤੀ ਹੈ ਤੇ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ। ਤੋ ਜਦੋਂ ਭਗਤ ਦੇ ਤੱਤੇ ਨੂੰ ਔਂਕੜ ਹੋਵੇਗਾ ਉਹ ਸਿੰਗੂਲਰ ਇੱਕ ਵਚਨ ਇੱਕ ਭਗਤ ਦੀ ਗੱਲ ਹੈ ਤੇ ਉਹੀ ਭਗਤ ਦਾ ਜਦੋਂ ਤੱਤਾ ਮੁਕਤਾ ਹੋ ਜਾਏਗਾ, ਭਾਵ ਔਂਕੜ ਰਹਿਤ ਹੋ ਜਾਏਗਾ, ਫਿਰ ਉਹ ਪਲੂਰਲ ਬਹੁ ਵਚਨ ਬਹੁਤੇ ਭਗਤਾਂ ਲਈ ਹੋਵੇਗਾ। ਤੋ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਉਚਾਰਨ ਇਸਦਾ ਵੀ ਭਗਤ ਹੈ ਪਰ ਅਰਥ ਦੇ ਭਗਤੀ ਹਨ। ਗੁਰੂ ਅਮਰਦਾਸ ਤੀਜੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰੇ
गुर बिन भगत ना होए। हे भाई, गुर बिन दा मतलब गुरु दे दसे रस्ते तो बिना, गुरु दे दसे होए ढंग तरीके तो बिना उस परमात्मा की भगती नहीं हो सकती। बिन गुर भगत ना पाई है, जे लोचे सब कोई। सब कोई का मतलब हर मनुख जे चाहे कि मैं अपनी समझ के मुताबिक भगती कर लवां, वो यतन तो करेगा पर उससे यतन फलीभूत नहीं होंगे, क्योंकि उसनों तरीका नहीं आता, उसनों ढंग नहीं आता। इसलिए गुरु कोलों हमेशा ढंग जाच सीखनी पैंदी, चाहे कोई टैक्नीकल काम होवे, चाहे कोई विद्या का काम होवे, चाहे भगती का काम होवे, भाव गुरु तो मार्गदर्शन ते लेना ही पैंदा। जे लोचे सब कोई, जे हर मनुख चाहे कि मैं अपने आप भगती कर लवां, मैं ਇਹਦੇ ਵਿੱਚ सफलता हासिल कर लवां, तो गुरु अमरदास जी फरमाते ने बिन गुर भगत ना पाई है। बिना गुरु दे दसे हुए रस्ते ते चले भगती की प्राप्ति नहीं होती। जे लोचे सब कोई, जे हर कोई चाहे कि मैं अपने आप भगती कर लूँ, तो ये रहाओ की पंक्ति सानू सावधान करती है, सानू प्रेरणा करती है। भाई जे इस मार्ग ते चलना है तो फिर सानू ਇਹਦਾ ਵੱਲ, ਇਹਦੀ ਜੁਗਤੀ, ਇਹਦਾ ਜਾਚ ਸਿੱਖਣੀ ਪਵੇਗੀ। ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ। ਲਓ ਹੁਣ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਇਸਤਰੀ ਨੂੰ ਇਹ ਦ੍ਰਿੜ ਹੋ ਜਾਂਦਾ ਹੈ, ਪਤਾ ਹੋ ਜਾਂਦਾ ਹੈ ਕਿ ਮੇਰਾ ਪਤੀ ਉਹ ਪਰਮੇਸ਼ਵਰ, ਉਹ ਸਦਾ ਕਾਇਮ ਰਹਿਣ ਵਾਲਾ ਹੈ। देखो सानू दुनियावी तौर पर भी गुरबाणी अगवाई बख्शती है, क्योंकि गुरु अमरदास सच्चे पातशाह का बचन है, धन फिर ए ना आखीहन बहन इकट्ठे होए, एक जोत दोए मूर्ति धन फिर कई सोए। धन कहते ने इस्त्री नूं, फिर कहते ने पति। जे कोई औरत आदमी इकट्ठे बह जान, वो असली धन फिर नहीं बनते। तुसीं आखोगे धन फिर कदों बनते हैं? जदों एक जोत दोए मूर्ति धन फिर कई सोए। जदों देखण नूं उन्हां दीयां दो हस्तियां, दो शरीर, दो वजूद होण, पर अंदरों एक मिकता होवे। ये एक मिकता कदों हुंदी है? जदों एक इस्त्री पति नूं अपना पति जान लैंदी। इहो तां दुनिया विच पुरुष भी बतेरे हन, इस्त्रियां भी बतेरियां हन, पर देखो साडे समाज दी मर्यादा है जिसनूं सिख धर्म विच आनंद कारज किया जांदा, और आनंद कारज विच एक बच्ची बच्चे का आनंद कारज गुरु ग्रंथ साहिब की हजूरी विच हुंदा। उन्होंने ये सारी सिक्ख्या दी जाती है भी वाह अज तो ये तेरे पति थापे गए हैं, हे भाई ये बीबी अज तो तेरी धर्म पत्नी, तेरी जीवन साथन, तेरी लाइफ पार्टनर थापी गई। एक साडी समाजिक मर्यादा विच इउं दो जियां नूं बन्निया जांदा है, जोड़िया जांदा है, एक राह ते चलण दी, उहनूं गृहस्थ मार्ग कहंदे ने। तो गुरु अमरदास सच्चे पातशाह फरमाते ने जदों एक जीव इस्त्री अपना पति जान लैंदी है, ये भावना हर पुरुष की नहीं हो सकती। जां फिर जाने अपना तन मन अगे धरे, फिर अपना मन भी उसके हवाले कर देंदी ते अपना तन भी उसके हवाले कर देंदी। हुण ये सूक्ष्म गल्लां हन। जदों मन किसी के हवाले कर दईए, फिर मन होर किसी पासे सोचण तो असमर्थ हो जाता। और इस तरह जिहड़ा तन है, ये जिहड़ियां ज्ञान इंद्रियां हन, कर्म इंद्रियां हन,
ਇਹ ਵੀ ਫਿਰ ਹੋਰ ਕਿਸੇ ਪਾਸੇ ਨਹੀਂ ਜਾਂਦੀ। ਇਹ ਹੈ ਇੱਕ ਮਿਕਤਾ ਦੀ ਅਵਸਥਾ। ਮਨ ਨੂੰ ਵੇਚ ਦੇਣਾ, ਭਾਵ ਮਨ ਹਵਾਲੇ ਕਰ ਦੇਣਾ। ਤਨ ਜੇ ਸਾਡੇ ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਇਹਨਾਂ ਨਾਲ ਵੀ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਪਾਸੇ ਵੱਲ ਧਿਆਨ ਨਹੀਂ ਕੀਤਾ ਜਾਂਦਾ। ਪਰ ਇਹ ਹੁੰਦਾ ਕਦੋਂ ਹੈ? ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ। ਜਿਹੜੀਆਂ ਸੁਹਾਗਣ ਇਸਤਰੀਆਂ ਫਿਰ ਕਰਮ ਕਮਾਉਂਦੀਆਂ ਹਨ, ਉਹ ਜੇ ਕਰਮ ਉਹ ਜੀਵ ਇਸਤਰੀ ਕਮਾਉਂਦੀ ਹੈ, ਸੇਈ ਕਰਮ ਕਰੇ। ਭਾਵ ਉਹਨਾਂ ਵਰਗੇ ਆਪਣੇ ਜੀਵਨ ਵਿੱਚ ਗੁਣ ਧਾਰਨ ਕਰਨ। ਕਦੇ ਸ਼ਬਦ ਹਜ਼ਾਰੇ ਬਾਣੀ ਪੜ੍ਹੋ, ਉਸ ਵਿੱਚ ਪਾਤਸ਼ਾਹ ਕਿਤਨਾ ਸੁੰਦਰ ਫਰਮਾਉਂਦੇ ਹਨ। ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿਨੀ ਬਾਤੀ ਸ਼ੈ ਪਾਈ ਹੈ। ਜੋ ਕੁਝ ਕਰੇ ਸੋ ਭਲਾ ਕਰ ਮਾਨੀ ਹੈ, ਹਿਕਮਤ ਹੁਕਮ ਚੁਕਾਈ ਹੈ। ਜਾ ਕੇ ਪ੍ਰੇਮ ਪਦਾਰਥ ਪਾਈ ਹੈ, ਤਉ ਚਰਣੀ ਚਿਤ ਲਾਈ ਹੈ। ਸ਼ੈ ਕਹਿ ਸੋ ਕੀਜੈ, ਤਨ ਮਨੋਂ ਦੀਜੈ। ਇਸ ਤਰ੍ਹਾਂ ਜਦੋਂ ਤਨ ਮਨ ਅੱਗੇ ਧਰ ਕੇ ਭਾਵ ਅਰਪਣ ਕਰ ਦੇਣਾ, ਫਿਰ ਉਹ ਸੁਹਾਗਣੀ ਕਰਮ ਕਮਾਉਂਦੀਆਂ। ਜੋ ਸੁਹਾਗਣੀ ਇਸਤਰੀਆਂ ਕਰਮ ਕਮਾਉਂਦੀਆਂ ਨੇ, ਸੇਈ ਕਰਮ ਕਰੇ। ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਸਹਿਜੇ ਦਾ ਮਤਲਬ ਹੈ ਸਹਿਜ ਸੁਭਾਏ। ਇਉਂ ਤਨ ਮਨ ਅਰਪਣ ਕਰਨ ਦੇ ਨਾਲ, ਆਪਣੀ ਹਉਮੈ ਚਤੁਰਾਈ ਤਿਆਗਣ ਦੇ ਨਾਲ ਸਹਿਜੇ ਸਾਚ ਮਿਲਾਵੜਾ, ਪਤਾ ਵੀ ਨਹੀਂ ਲੱਗਦਾ। ਸਾਚ ਦੇ ਚੱਚੇ ਨੂੰ ਸਿਆਰੀ ਹੈ। ਸੱਚੇ ਮਾਲਕ ਦੇ ਨਾਲ ਉਸ ਦਾ ਮੇਲ ਹੋ ਜਾਂਦਾ। ਭਾਵ ਉਹ ਤਨ ਮਨ ਕਰਕੇ ਪਰਮਾਤਮਾ ਨੂੰ ਸਮਰਪਿਤ ਹੋ ਜਾਂਦੀ। ਔਰ ਸਾਚ ਵਡਾਈ ਦੇ, ਫਿਰ ਉਸ ਨੂੰ ਸੱਚੀ ਵਡਿਆਈ, ਸੱਚਾ ਮਾਣ ਉਹ ਪਰਮਾਤਮਾ ਪਤੀ ਬਖਸ਼ਦਾ। ਜਿਵੇਂ ਇੱਕ ਦੁਨਿਆਵੀ ਪਤੀ ਆਪਣੀ ਪਤਨੀ ਨੂੰ ਆਪਣਾ ਆਪ ਸਮਰਪਿਤ ਕਰ ਦਿੰਦਾ, ਪਰ ਇਹ ਉਹਦੇ ਸਮਰਪਣ ਦੀ ਭਾਵਨਾ ਦਾ ਬਦਲਾ ਹੈ। ਇਹ ਦੋਈ ਪਾਸੀ ਹੈ। ਜੇ ਕੋਈ ਕਵੇ ਕਿ ਨਹੀਂ ਇੱਕ ਪਾਸਾ ਕਰੇ ਦੂਸਰਾ ਬਿਲਕੁਲ ਨਾ ਕਰੇ, ਐਸਾ ਨਹੀਂ ਹੋ ਸਕਦਾ। ਇਸੇ ਲਈ ਪਾਤਸ਼ਾਹ ਨੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਵੀ ਇਹ ਜ਼ਰੂਰੀ ਕਰਾਰ ਦਿੱਤਾ। ਜਾਂ ਫਿਰ ਜਾਣੇ ਆਪਣੇ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ। ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਇਸ ਤਰ੍ਹਾਂ ਸਹਿਜੇ ਹੀ ਸੱਚ ਦੇ ਨਾਲ, ਸੱਚੇ ਮਾਲਕ ਦੇ ਨਾਲ ਉਸ ਦਾ ਮੇਲ ਹੋ ਜਾਂਦਾ। ਤੇ ਜਦੋਂ ਕਿਸੇ ਦਾ ਸੱਚੇ ਮਾਲਕ ਨਾਲ ਮੇਲ ਹੋ ਜਾਏ, ਫਿਰ ਉਸ ਨੂੰ ਉਹ ਸੱਚਾ ਵਡਿਆਈ ਦਿੰਦਾ, ਮਾਣ ਦਿੰਦਾ। ਮੈਂ ਤੇ ਕਈ ਵਾਰੀ ਸਹਿਜ ਸੁਭਾਏ ਕਹਿਣਾ, ਦੇਖੋ ਇੱਕ ਅਫਸਰ ਹੈ, ਉਸ ਨੇ ਅਫਸਰੀ ਦੀ ਪਦਵੀ ਪ੍ਰਾਪਤ ਕਰਨ ਲਈ ਕਿੰਨੀਆਂ ਮਿਹਨਤਾਂ ਕੀਤੀਆਂ ਹਨ, ਕਿੰਨੀਆਂ ਪੜ੍ਹਾਈਆਂ ਕੀਤੀਆਂ ਹਨ, ਕਿਤਨੀਆਂ ਉਸ ਨੇ ਟ੍ਰੇਨਿੰਗਾਂ ਪਾਸ ਕੀਤੀਆਂ ਨੇ। ਪਰ ਜਿਹੜੀ ਇਸਤਰੀ ਉਹਦੇ ਨਾਲ ਜੀਵਨ ਸਾਥਣ ਬਣ ਜਾਏ, ਉਸ ਨੂੰ ਉਸੇ ਦਿਨ ਉਹ ਪਦਵੀ ਪ੍ਰਾਪਤ ਹੋ ਜਾਂਦੀ। ਕੋਈ ਥਾਣੇਦਾਰ ਹੈ ਤੇ ਉਹਦੀ ਘਰਵਾਲੀ ਸਹਿਜੇ ਹੀ ਥਾਣੇਦਾਰ ਨਹੀਂ ਬਣ ਜਾਂਦੀ। ਉਹਨੇ ਉਹਦੇ ਵਾਂਗੂ ਉਹ ਟ੍ਰੇਨਿੰਗਾਂ ਨਹੀਂ ਕੀਤੀਆਂ, ਉਹਨੂੰ ਉਸ ਤਰ੍ਹਾਂ ਦੀ ਮਿਹਨਤ ਨਹੀਂ ਕਰਨੀ ਪਈ। ਸੱਚਮੁੱਚ ਇਸੇ ਤਰ੍ਹਾਂ ਜਦੋਂ ਕੋਈ ਉਸ ਪਰਮਾਤਮਾ ਪਤੀ ਨੂੰ ਆਪਣਾ ਤਨ ਮਨ ਅਰਪਣ ਕਰ ਦਿੰਦਾ, ਫਿਰ ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਤਾਂ ਤੇ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਗੁਰੂ ਦੀ ਦੱਸੀ ਹੋਈ ਜਾਚ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ। ਜੇ ਹਰ ਕੋਈ ਚਾਹੇ ਕਿ ਮੈਂ ਭਗਤੀ ਕਰਨ ਲੱਗ ਪਵਾਂ, ਨਹੀਂ, ਬਿਨਾਂ ਗੁਰੂ ਦੇ ਦੱਸੇ ਤੋਂ, ਬਿਨਾਂ ਗੁਰੂ ਦੇ ਮਾਰਗ ਦਰਸ਼ਨ ਕੀਤੇ ਤੋਂ ਭਗਤੀ ਨਹੀਂ ਹੁੰਦੀ। ਹੁਣ ਗੁਰੂ ਅਮਰਦਾਸ ਜੀ ਦਾ ਜੀਵਨ ਸਾਡੇ ਸਾਹਮਣੇ ਹੈ। ਉਹ ਲਗਾਤਾਰ ਸਾਲਾਂ ਸਾਲ
गंगा की यात्रा करन जाते रहे, दान पुण्य करते रहे। तीर्थ यात्रा जाना बड़ा चंगा काम समझा जाता सी, पर मन नूं शांति नहीं मिली। शांति कदों मिली? जदों धन गुरु अंगद देव जी की सेवा विच आके निरंतर 12 साल सेवा की ते अपना आप मिटा दिता। फिर उन्हां दा ये अनुभव, ये तजर्बा, ये कथन कितना पत्थर ते लीक 16 ने ठीक है। भाई रे गुर बिन भगत न होए, बिन गुर भगत न पाइए, जे लोचे सब कोय रहाओ। 184 फेर पया, कामण दूजे भाए। 184 क्योंकि 84 लाख जून है। बिना गुरु दे दसे राह तो चलिया ये जीव इस्तरी कामण दूजे भाए, भाव माया दे मोह विच फस के 84 लाख जूनिया दे चक्कर विच पई रहिंदी। 184 फेर पया, कामण दूजे भाए। बिन गुर नींद ना आवई, दुखी रहन बेहाए। इत्थे रहन दा मतलब जीवन रूपी रात ओदी दुखां विच ही बतीत हो जाती। और बिना गुरु दे दसे राह तो नींद ना आवी, ਉਹਨੂੰ ਭਾਵ ਉਹ शांति वाली जिंदगी नहीं प्राप्त होंदी, जिसनों आपां अडोलता कहने आ, जिसनों आपां सहज अवस्था कहने आ, जिसनों भटकना रहत अवस्था कहने आ, वो बिना गुरु दे दसे राह तो नहीं प्राप्त हो। बिन शब्द है फिर ना पाई है, बिरथा जन्म गवाए। हुण कई लोग शब्द ते आके फस जाते। वो केड़ा शब्द है भाई? जिहड़ी गुरु की दसी हुई जीवन जाच है वही शब्द है। और गुरु दे शब्द उपदेश सिक्ख्या तो बिना, बिन शब्द है फिर ना पाई है, परमात्मा पति का मिलाप नहीं होंदा। और बिना गुरु दे दसे राह ते चले तो बिरथा जन्म गवाए। ये जन्म मनुखा जिहड़ा है ये बिरथा चला जाता। बिरथा का मतलब है अकारथ, फजूल। जिस काम लई सानू मनुखा जन्म मिले है, जो काम नहीं हो सकिया तो फिर बाकी साडा जीवन बिरथा चला गया। गुरबाणी विच पातशाह ते बार बार समझाते हैं, त्रिग त्रिग खाया, त्रिग त्रिग सोया, त्रिग त्रिग कापड़ अंग चढ़ाया। त्रिग शरीर कुटुंब सहित स्यों, जित हुण खसम ना पाया। त्रिग दा मतलब है फिटकार योग। लख लानत उस खाण नूं, उस सौण नूं, उस पहनण नूं अते कपड़े हंडाउण नूं तथा परिवार दीयां खुशियां माणन नूं लख लानत कहा, फिटकार योग है। तो इसे तरह जे अपने मनुखा जन्म विच परमात्मा पति नूं प्राप्त नहीं किया तां बिरथा जन्म गवाए। हों हों करती जग फिरी, ना धन संपै नाल। देखण विच आउंदा है कि सारी सृष्टि मैं करदी फिर रही। मेरा धन, मेरी संपत्ति, मेरी दौलत, मेरी जमीन, मेरी जायदाद, हों हों करती जग फिरी, संसार विच भटक रही। ना धन संपै नाल, ते जिसनों अपना कह रही है भी ये मेरा धन दौलत, ये मेरी संपत्ति, ये नाल भी नहीं जाती। जदों जीव इस्तरी संसार तो कूच करती है, जिन्हां चीज़ां नूं सारी उम्र अपना कहती रही, अपना कह कह के जफे मारती रही, उन्हां विचों कोई भी चीज़ इसके नाल नहीं चलती। हों हों करती जग फिरी, ना धन संपै नाल। अंधी नाम ना चेतई, सभा दी जमकाल। अंधी का मतलब ज्ञानहीन। ये अज्ञानी जीव इस्तरी नाम ना चेते, परमात्मा दे नाम नू चेते नहीं करती, ते जो कुछ भी करती है सब बाधी जमकाल। ये जम दी फाही विच फसन दे तरीके कर रही। सचमुच
ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣਾ ਆਪਣਾ ਸਮਝ ਕੇ ਜੱਫੇ ਮਾਰਦੇ ਹਾਂ ਉਹ ਸਾਡੇ ਲਈ ਮੁਸੀਬਤਾਂ ਦਾ ਕਾਰਨ ਬਣ ਜਾਂਦੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਨ੍ਹਾਂ ਪਦਾਰਥਾਂ ਨੂੰ ਮਿੱਠਾ ਕਰਕੇ ਖਾਂਦੀ ਰਹੀ ਉਹਨਾਂ ਦਾ ਰਿਜ਼ਲਟ ਬਹੁਤ ਮਾੜਾ ਨਿਕਲਿਆ। 12 ਮਾਹ ਬਾਣੀ ਨੂੰ ਕਦੇ ਧਿਆਨ ਨਾਲ ਪੜ੍ਹੀਏ, ਉਸ ਵਿੱਚ ਪਾਤਸ਼ਾਹ ਇੱਕ ਹੀ ਗੱਲ ਸਮਝਾਉਂਦੇ ਨੇ, ਭਾਈ ਜਿਨ੍ਹਾਂ ਚੀਜ਼ਾਂ ਨੂੰ ਆਪਣਾ ਸਮਝ ਕੇ ਜੱਫਾ ਮਾਰਦੇ ਰਹੇ, ਜਿਨ੍ਹਾਂ ਕਰਕੇ ਪਰਮਾਤਮਾ ਨੂੰ ਭੁਲਾਈ ਰੱਖਿਆ, ਜਦੋਂ ਅੰਤ ਸਮਾਂ ਆਇਆ ਉਹਨਾਂ ਵਿੱਚੋਂ ਕਿਸੇ ਨੇ ਸਾਥ ਨਹੀਂ ਦਿੱਤਾ। ਜਿਨ੍ਹਾਂ ਨੂੰ ਆਪਣਾ ਆਪਣਾ ਕਹਿ ਕੇ ਸਾਰੀ ਉਮਰ ਗਵਾ ਦਿੱਤੀ। ਭਗਤ ਕਬੀਰ ਜੀ ਨੇ ਵੀ ਕਿਹਾ ਨਾ, ਹੈ ਜੀਵ ਭੁਲੇਖਾ ਨਾ ਖਾ, ਤੂੰ ਕਈ ਤਰ੍ਹਾਂ ਦੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛੀਜੈ ਜਰਾ ਜਨਾਵੇ, ਤਬ तेरी ओग कोई पानियो न पावे। कहत कबीर कोई नहीं तेरा, हृदय राम की न जपै सवेरा। हाँ हाँ करती जग फिरी, ना धन संपै नाल, अंधी नाम ना चेतई, सब आदि जमकाल। सतगुर मिले है धन पाया, हर नामा हृदय संभाल। पर जदों सतगुर मिले है, इनू मिलिया नहीं पढ़ना, मिले है मिलन करके, जदों सतगुरु का मिलाप हो गया, जदों सतगुरु ने जीवन का राह समझा दिता, फिर इस नूं परमात्मा का नाम रूपी धन पाया। हुण देखो वो भी दुनियावी भी धन है, पर इस परमात्मा के नाम नूं सच्चा धन किया। गुरबाणी विच दोहां रंगां दा जिक्र है, दोहां धनां दा जिक्र है। एक है कच्चे रंग वाला कसुंबा रंग, एक है मजीठ रंग। तो कहने सतगुर मिले है धन पाया, हर नामा हृदय संभाल। सतगुरु दे मिलाप करके, सतगुरु दे दसे राह ते चलन करके नाम रूपी धन की प्राप्ति हुई। ते जदों प्राप्ति हुई फिर यही जीव अपने हृदय विच उहनूं संभालदा, चेते करदा, उठदियां बहिंदियां तुरदियां फिरदियां कहंदा ये चीज है जो मेरे नाल निभण वाली है। नाम रते से निर्मले, गुर कैसे सुभाए। गुरु अमरदास जी फरमाते ने, जिहड़े नाम विच रते, नाम दे मम्मे नूं सियारी है, जिहड़े मन करके बचन करके कर्म करके परमात्मा दे नाम विच रंगे गए, वो निर्मले हो गए। निर्मले तो भाव मैल तो रहत हो गए। उन्हां दे अंदरों स्वार्थ की भावना मुक गई, उन्हां दे अंदरों हौमे की भावना मुक गई। वो इन्हां संसारी पदार्थां वास्ते फिर तड़फदे नहीं। नाम रते से निर्मले, गुर कै सहज सुभाए। क्योंकि गुरु दे घर विच, गुरु दे दसे राह ते चलदियां सहज सुभाए, पता भी नहीं लगता कदों भैड़ियां आदतां छुट जांदियां ने, कदों किसी नाल हेरा फेरी करन दा सुभाव ही मुक जांदा है। क्योंकि गुरु साहिब ने तो जीवन दे सिद्धांत ही ऐसे दसे, किरत करो, नाम जपो, वंड छको। जदों इन्हां तिन्नां गुणां दा मनुख धारनी हो जाता है, फिर वो अपनी धर्म की किरत करदा, धर्म की किरत करके उहदे चों दसवंध कढदा, फिर वो नाम जपदा, फिर वो लोड़वंदां नाल वंड के भी छकदा है। तो नाम रते से निर्मले, गुर कै सहज सुभाए। मन तन राता रंग स्यों, रसना रसन रसाए। फिर उहदा मन ते तन राता रंग स्यों, परमात्मा दे प्यार प्रेम विच रंगिया जाता, और ऐसा रंगिया जाता है फिर रसना रसन रसाए। ये जिहड़ी जीवा है ये फिर परमात्मा दे नाम रूपी रस विच रसाए, रस विच लग जाती। रसाए का मतलब है रस नाल पूरी तरह भर जाना। जिमें हलवाई मठियाई तैयार करते हैं, पहला तल लेंदे ने, फिर उहदे उत्ते खंड गलेफ देंदे ने, चाढ़ देंदे ने,
ਫਿਰ ਉਹਨੂੰ ਖੰਡ ਵਿੱਚ ਕਾਫੀ ਦੇਰ ਤੱਕ ਡੁਬੋ ਕੇ ਰੱਖਦੇ ਨੇ, ਫਿਰ ਉਹਦੇ ਵਿੱਚ ਰਸ ਭਰ ਜਾਂਦਾ। ਆਖਿਆ ਇਸੇ ਤਰ੍ਹਾਂ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਤਾਏ। ਫਿਰ ਉਹਨਾਂ ਦੀ ਰਸਨਾ ਤੋਂ ਕਦੇ ਫਿੱਕੇ ਬੋਲ ਨਹੀਂ ਨਿਕਲਦੇ, ਫਿਰ ਉਹ ਸਦਾ ਮਿੱਠਾ ਬੋਲਦੇ ਨੇ। ਜਦੋਂ ਵੀ ਸਹਿਜ ਸੁਭਾਏ ਬੋਲਦੇ ਨੇ, ਪਰਮਾਤਮਾ ਦਾ ਨਾਮ ਹੀ ਉਚਾਰਨ ਕਰਦੇ। ਫਿਰ ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇਨ, ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇਨ। ਅਖੀਰਲੀ ਪੰਕਤੀ ਚ ਮਹਾਰਾਜ ਕਹਿੰਦੇ, ਨਾਨਕ ਰੰਗ ਨਾ ਉਤਰੈ, ਜੋ ਹਰ ਤੁਰ ਛੋੜਿਆ ਲਾਏ। ਨਾਨਕ ਜੀ ਫਰਮਾਉਂਦੇ ਨੇ, ਉਹਨਾਂ ਵਡਭਾਗੀ ਮਨੁੱਖਾਂ ਤੋਂ ਫਿਰ ਕਦੇ ਵੀ ਪਰਮਾਤਮਾ ਦਾ ਨਾਮ ਰੂਪੀ ਰੰਗ ਨਹੀਂ ਉਤਰਦਾ। ਜਿਹੜਾ ਰੰਗ ਹਰੀ ਨੇ ਤੁਰ ਛੋੜਿਆ ਲਾਏ, ਤੁਰੋਂ ਕਿਰਪਾ ਕਰ ਦਿੱਤੀ। ਇਸ ਨੂੰ ਪੱਕਾ ਮਜੀਠ ਦਾ ਰੰਗ ਵੀ ਕਿਹਾ, ਇਹਨੂੰ ਲਾਲ ਰੰਗ ਵੀ ਕਿਹਾ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ, ਨਾ ਲਾਗੇ ਦਾਗਾ। ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ, ਸੱਚਾ ਰਤਾ ਸੱਚ। ਆਓ ਗੁਰਮੁਖ ਪਿਆਰਿਓ, ਸਭ ਜੀਆਂ ਨੂੰ ਪ੍ਰੇਰਨਾ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲੋ, ਬਾਹਰ ਭਟਕਣਾ ਛੱਡੋ ਅਤੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨਾ ਕਰੀਏ।